सतनाम श्री वाहिगुरु साहिब जी। हे प्राणनाथ गोविंद है, कृपा निधान जगत गुरु। हे संसार ताप हरना करना मैं सब दुख हरो। हे शरण जोग दयाल है, दीनानाथ मया करो। शरीर स्वात खीन समय सिमरंत नानक। राम दामोदर माधव है, जाको भय कृपाल प्रभ। हर हर सही जपात, नानक प्रीत लगी तिन राम स्यों। भेटत साध संगात, नानक प्रीत लगी तिन राम स्यो। भेटत साध संगात। सतनाम श्री वाहिगुरु साहिब जी। वेलावल महला पहला। मैं मन चाओ कणा, साच वेगासी राम। मोही प्रेम पिरे प्रभ अबनासी राम। अवगतो हरनाथ नाथ, तिसै भावै सो थियै। कृपाल सदा दयाल दाता, जिया अंदर तू जीऐ। मैं अवर ज्ञान ना ध्यान पूजा, हर नाम अंतर वस रहे। भेख भवनी हठ न जाना, नानका सच गह रहे। मैं मन चाओ कणा, साच विगासी राम। वाहिगुरु जी का खालसा, वाहिगुरु जी की फतेह। पतित पावन करना निधान अंतरजामी, भगत वत्सल दीना बंधु। लोक परलोक दे रखक, किरपा दे खजाने, कलयुगी जीवां दे उधार करता। याहरा जहूर हाजरा हजूर, सर्व कला भरपूर जगत गुरु। दसां ही पातशाहियां दी आत्मक जोत, गुरता गद्दी ते सभाएमान। साहिब श्री गुरु ग्रंथ साहिब महाराज जी दी अपार किरपा, बख्शिश रहमत दा सदका। जिथे गरीब नवाज सतगुर सच्चे पातशाह जियां ने हर रोज़ दी तरह अमृत वेले सिख संगत सेवादारां दियां अरदासां नूं प्रवान करदिआं सुंदर तख्तां ते प्रकाशमान हो करके सिख संगतां नूं खुले दर्शन ददारे बख्शे। उत्थे बड़े भागां वाले ओ गुरमुख प्यारे जो अमृत वेले उठ कै जाए अंदर दरियाए नवंदे। सहज समाध अगाध विच होए एक मन गुर जाप जपंदे। पिछल राती जागना नाम दान इस्नान दृढ़ाए। मिठा बोलन निव चलन हथों दे कै भला मनाए। ऐसे गुरमुख प्यारे
ਜਿਨ੍ਹਾਂ ਨੇ ਆਪਣੇ ਜੀਵਨ ਦਾ ਨਿਯਮ ਬਣਾਇਆ, ਅੰਮ੍ਰਿਤ ਵੇਲੇ ਨੂੰ ਸੰਭਾਲ ਕਰਕੇ ਉਸ ਅਕਾਲ ਪੁਰਖ ਪਰਮਾਤਮਾ ਪਰਮੇਸ਼ਰ ਦੇ ਚਰਨਾਂ ਦਾ ਧਿਆਨ ਧਰ ਕੇ ਜਿੱਥੇ ਨਾਮ ਸਿਮਰਨ ਨਿਤਨੇਮ, ਉੱਥੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ 'ਚ ਪਹੁੰਚ ਕਰਕੇ ਜਿੱਥੇ ਗਰੀਬ ਨਵਾਜ਼ ਸਤਿਗੁਰਾਂ ਦੇ ਦਰਸ਼ਨ ਦਿਦਾਰੇ, ਉੱਥੇ ਰੱਬੀ ਬਾਣੀ ਦਾ ਜਾਪ, ਰੱਬੀ ਬਾਣੀ ਦਾ ਕੀਰਤਨ, ਸਭ ਤੇ ਉੱਤਮ ਹਰਿ ਕੀ ਕਥਾ, ਪੜ੍ਹੈ ਨਾਹੀ ਭੇਦ ਬੁਝੈ ਪਾਵਣਾ, ਗਾਥਾ ਗੂੜ ਅਪਾਰੰ, ਸਮਝਨ ਵਿਰਲਾ ਜਨਹਿ ਗੋਹਿਤ, ਰਤਨ ਵਿੱਚ ਲੁਕ ਰਹੇ ਕੋਈ ਗੁਰਮੁਖ ਸੇਵਕ ਕੱਢੈ ਖੋਤ। ਜੋ ਪਾਵਨ ਪਵਿੱਤਰ ਰੱਬੀ ਬਾਣੀ ਰੱਬੀ ਬੋਲ, ਜਿੱਥੇ ਪੜ੍ਹ ਕੇ ਸੁਣ ਕੇ ਗਾ ਕੇ ਗੁਰਸਿੱਖ ਆਪਣਾ ਸਮਾਂ ਤੇ ਸਵਾਸ ਅਕਾਲ ਪੁਰਖ ਪਰਮਾਤਮਾ ਪਰਮੇਸ਼ਰ ਦੇ ਚਰਨਾਂ 'ਚ ਸਫਲ ਕਰਦਾ, ਉੱਥੇ ਜੋ ਪਾਵਨ ਪਵਿੱਤਰ ਗੁਰਬਾਣੀ ਦੀ ਵਿਚਾਰ, ਗੁਰਬਾਣੀ ਦੀ ਵਿਆਖਿਆ, ਜੋ ਅੰਮ੍ਰਿਤ ਵੇਲੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ, ਮੁਬਾਰਕ ਰਸਨਾ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ। ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ, ਕਲ ਮਲ ਹੋਈ ਮੇਦਨੀ ਅਰਦਾਸ ਕਰੇ ਲਿਵਲਾਏ, ਸੱਚੈ ਸੁਣਿਆ ਕੰਨ ਦੇ ਧੀਰਕ ਦੇਵੈ ਸਹਿਜ ਸਵਾਏ। ਜਦੋਂ ਸੰਤੁਲਨ ਵਿਗੜਿਆ ਧਰਤੀ ਦਾ, ਪਾਪਾਂ ਦਾ ਭਾਰ ਵਧਿਆ ਤੇ ਧਰਤੀ ਨੇ ਪੁਕਾਰ ਕੀਤੀ ਆਪਣੇ ਮਾਲਕ ਪਰਮਾਤਮਾ ਅਕਾਲ ਪੁਰਖ ਪਰਮੇਸ਼ਰ ਦੇ ਚਰਨਾਂ 'ਚ, ਜਦੋਂ ਚਿੱਤ ਵਿਰਤੀ ਕੇਂਦਰਿਤ ਕਰਕੇ ਅਰਦਾਸ ਬੇਨਤੀ ਕੀਤੀ ਜਾਵੇ ਤੇ ਸਤਿਗੁਰਾਂ ਦੇ ਪਾਵਨ ਪਵਿੱਤਰ ਬਚਨ ਹਨ ਕਿ ਬਿਰਥੀ ਕਦੇ ਨਾ ਹੋਵਈ, ਜਨ ਕੀ ਅਰਦਾਸ ਧਰਤੀ ਦੀ ਪੁਕਾਰ ਸੁਣੀ ਗਈ। ਅਕਾਲ ਪੁਰਖ ਪਰਮਾਤਮਾ ਖੁਦ ਸਰਗੁਣ ਸਰੂਪ ਧਾਰ ਕੇ ਗੁਰੂ ਨਾਨਕ ਮਹਾਰਾਜ ਦੇ ਰੂਪ 'ਚ ਖਲਕਤ ਦੇ ਭਲੇ ਵਾਸਤੇ, ਕਲਯੁਗੀ ਜੀਵਾਂ ਦਾ ਪਾਰ ਉਤਾਰਾ ਕਰਨ ਦੇ ਵਾਸਤੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ, ਰਹਿਮਤ ਕੀਤੀ, ਪ੍ਰਕਾਸ਼ ਹੋਇਆ ਸਤਿਗੁਰਾਂ ਦਾ। ਉਹਨਾਂ ਦੀ ਮੁਬਾਰਕ ਰਸਨਾ ਤੋਂ ਉਚਾਰਿਆ ਹੋਇਆ ਇਹ ਪਾਵਨ ਪਵਿੱਤਰ ਗੁਰ ਸ਼ਬਦ ਹੁਕਮਨਾਮਾ, ਜੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਗ 843 ਤੇ 44 ਤੇ ਸੁਭਾਏਮਾਨ ਹੋ ਰਿਹਾ ਹੈ। ਇਸ ਪਾਵਨ ਪਵਿੱਤਰ ਸ਼ਬਦ ਦੇ ਅੰਦਰ ਜੋ ਰੱਬੀ ਉਪਦੇਸ਼ ਬਖਸ਼ਿਆ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ, ਵੇ ਜੋ ਜੀਵ ਉਸ ਅਕਾਲ ਪੁਰਖ ਪਰਮਾਤਮਾ ਪਰਮੇਸ਼ਰ ਦੇ ਮਿਲਾਪ ਵਾਸਤੇ ਤੜਫਦੀ ਹੈ, ਇਹ ਜੀਵ ਰੂਪੀ ਇਸਤਰੀ, ਇੱਕ ਦਿਨ ਐਸਾ ਜ਼ਰੂਰ ਆ ਜਾਂਦਾ ਹੈ ਜਦੋਂ ਇਸ ਜੀਵ ਨੂੰ ਅਕਾਲ ਪੁਰਖ ਪਰਮਾਤਮਾ ਪਤੀ ਪਰਮੇਸ਼ਰ ਦੀ ਪ੍ਰਾਪਤੀ ਹੋ ਜਾਂਦੀ ਹੈ। ਜਦੋਂ ਅਕਾਲ ਪੁਰਖ ਪਰਮਾਤਮਾ ਪਰਮੇਸ਼ਰ ਦੀ ਪ੍ਰਾਪਤੀ, ਫਿਰ ਮਨ ਚਾਉ ਭਇਆ, ਪ੍ਰਭ ਆਗਮ ਸੁਣਿਆ, ਤੇ ਤੜਫ ਹੈ ਮੇਰਾ ਮਨ ਲੋਚੈ ਗੁਰ ਦਰਸ਼ਨ ਤਾਈ। ਗੁਰੂ ਅਰਜਨ ਦੇਵ ਮਹਾਰਾਜ ਦੇ ਪਾਵਨ ਪਵਿੱਤਰ ਵਚਨ ਕਿ ਜਿਉ ਮਛਲੀ ਬਿਨ ਪਾਣੀ ਹੈ ਕਿਉ ਜੀਵਨ ਪਾਵੈ, ਬੂੰਦ ਬਿਹੂਣਾ ਚਾਤਰ ਕੋ ਕਿਉ ਕਰ ਤ੍ਰਿਪਤਾਵੈ, ਨਾਦ ਕਰੰਕ ਹੈ ਵਿਦਿਆ ਸਨਮੁਖ ਉਠ ਧਾਵੈ, ਭਵਰ ਲੋਭੀ ਕੁਸੁਮ ਵਾਸ ਕਾ ਮਿਲ ਆਪ ਬੰਧਾਵੈ,
त्यों संत जना हर प्रीत है, देख दर्श अगावै। जे साडे मनां च सवाल उठे ਜਾਂ ਕੋਈ ਪਰਮਾਤਮਾ ਪਰਮੇਸ਼ਰ ਦੇ ਦਰਸ਼ਨਾਂ ਦਦਾਰਿਆਂ ਦੇ ਵਾਸਤੇ ਯਾਤਰਾ ਸ਼ੁਰੂ ਕਰਨੀ ਚਾਹੇ ਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ ਮਿਲਿਆ ਹੋਇਆ ਦੇ ਸ਼ਬਦ ਹਨ। ਉਹਨਾਂ ਦਾ ਨਾਮ ਹੈ ਵੀ ਕਿਸ ਕਿਸ ਤਰ੍ਹਾਂ ਇਹ ਜੀਵ ਅਕਾਲ ਪੁਰਖ ਪਰਮਾਤਮਾ ਪਰਮੇਸ਼ਰ ਤੱਕ ਪਹੁੰਚਿਆ, ਕਿਵੇਂ ਉਸ ਨੂੰ ਜਰਰੇ ਜਰਰੇ ਦੇ ਵਿੱਚ, ਕਣ ਕਣ ਦੇ ਵਿੱਚ, ਘਟ ਘਟ ਦੇ ਵਿੱਚ ਅਕਾਲ ਪੁਰਖ ਪਰਮਾਤਮਾ ਦੇ ਦਰਸ਼ਨ ਦਿਦਾਰੇ ਹੋਏ, ਕਿਵੇਂ ਉਸ ਨੂੰ ਅਨੁਭਵ ਹੋਇਆ ਕਿ ਵਾਕਿਆ ਹੀ ਇੱਕੋ ਇੱਕ ਅਕਾਲ ਪੁਰਖ ਪਰਮਾਤਮਾ ਹੈ ਜੋ ਆਦਿ ਪੂਰਨ, ਮੱਧ ਪੂਰਨ, ਅੰਤ ਪੂਰਨ ਪਰਮੇਸ਼ਰ ਹੈ। ਸੰਸਾਰ ਦਾ ਸਭ ਕੁਝ ਪ੍ਰਾਪਤ ਹੋ ਜਾਣਾ, ਪਰ ਮਨ ਦੇ ਵਿੱਚ ਉਹ ਚਾਅ ਪੈਦਾ ਨਹੀਂ ਹੁੰਦਾ, ਮਨ ਨੂੰ ਉਹ ਸੁੱਖ ਪ੍ਰਾਪਤ ਨਹੀਂ ਹੁੰਦਾ, ਮਨ ਨੂੰ ਉਹ ਚੈਨ ਪ੍ਰਾਪਤ ਨਹੀਂ ਹੁੰਦੀ ਜੋ ਅਕਾਲ ਪੁਰਖ ਪਰਮਾਤਮਾ ਪਰਮੇਸ਼ਰ ਦੇ ਨਾਮ ਸਿਮਰਨ ਅਭਿਆਸ ਕਮਾਈ ਕਰਕੇ ਜੋ ਪਰਮਾਤਮਾ ਦੇ ਮਿਲਾਪ ਦੇ ਨਾਲ ਜੋ ਕੁਝ ਪ੍ਰਾਪਤ ਹੁੰਦਾ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਸੁਲਤਾਨਪੁਰ ਦੀ ਧਰਤੀ ਤੇ ਬਿਰਾਜਮਾਨ ਹਨ। ਹੁਣ ਲੰਮਾ ਸਮਾਂ ਭਾਈ ਭਗੀਰਥ ਨੇ ਕਾਲੀ ਮਾਤਾ ਦੀ ਅਰਾਧਨਾ ਕੀਤੀ। ਇੱਕ ਦਿਨ ਐਸਾ ਦ੍ਰਿੜ ਨਿਸ਼ਚਾ ਸੰਕਲਪ ਇਰਾਦਾ ਬਣਾ ਲਿਆ ਵੇ ਅੱਜ ਮਾਤਾ ਦੇ ਦਰਸ਼ਨ ਦਿਦਾਰੇ ਕਰਕੇ ਹੀ ਜਾਣਾ। ਸਾਰੀ ਜ਼ਿੰਦਗੀ ਨਿਕਲ ਗਈ ਪਰ ਕੁਝ ਪ੍ਰਾਪਤ ਨਹੀਂ ਹੋਇਆ। ਜਦੋਂ ਮਾਤਾ ਸਾਹਮਣੇ ਆਈ ਤੇ ਭਾਈ ਭਗੀਰਥ ਜੀ ਨੇ ਪੁੱਛਣਾ ਕੀਤਾ ਤਾਂ ਉਹ ਕਹਿੰਦੀ ਵੀ ਤੇਰੀ ਭਗਤੀ ਬੰਦਗੀ ਇਹ ਸਿਮਰਨ ਸਾਧਨਾ ਪੂਰੀ ਹੈ, ਦੱਸ ਕੀ ਚਾਹੀਦਾ। ਭਾਈ ਭਗੀਰਥ ਨੇ ਜਦੋਂ ਪਰਮਾਤਮਾ ਮੰਗਿਆ, ਮੁਕਤੀ ਮੰਗੀ, ਮੋਖ ਪਦਵੀ ਮੰਗੀ, ਆਵਾਗੌਣ ਤੋਂ ਛੁਟਕਾਰਾ ਮੰਗਿਆ, ਪ੍ਰਭੂ ਪਿਆਰੇ ਦਾ ਮਿਲਾਪ ਮੰਗਿਆ ਤੇ ਉਹ ਤਾਂ ਆਪ ਅਧੂਰੀ ਸੀ, ਉਹਦੇ ਵਸ ਦੇ ਵਿੱਚ ਇਹ ਚੀਜ਼ ਨਹੀਂ ਸੀ ਕਿ ਉਹ ਮੋਖ ਪਦਵੀ ਤੇ ਪਰਮਾਤਮਾ ਦਾ ਮਿਲਾਪ ਕਰਵਾ ਸਕੇ। ਭਾਈ ਭਗੀਰਥ ਜੀ ਥੋੜ੍ਹੇ ਜਿਹੇ ਸਮੇਂ ਬਾਅਦ ਤੇ ਬੜੇ ਬੇਚੈਨ ਹੋਏ। ਆਖਰ ਇਹ ਕਿਹਾ, ਚੱਲ ਤੂੰ ਮੁਕਤੀ ਤਾਂ ਨਹੀਂ ਦੇ ਸਕਦੀ, ਕਮ ਸੇ ਕਮ ਮੈਨੂੰ ਰਸਤਾ ਤਾਂ ਦੱਸ ਦੇ, ਕੋਈ ਦਰ ਐਸਾ ਦੱਸ ਦੇ ਜਿਸ ਦਰ ਤੋਂ ਮੈਨੂੰ ਮੋਖ ਪਦਵੀ ਪ੍ਰਾਪਤ ਹੋ ਸਕੇ। ਤੇ ਉਸ ਨੇ ਦੱਸਿਆ ਵੀ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦੇ ਨਾਮ ਤੇ ਪਰਮਾਤਮਾ ਪਰਮੇਸ਼ਰ ਅਕਾਲ ਪੁਰਖ ਨੇ ਸਰਗੁਣ ਸਰੂਪ ਧਾਰਿਆ। ਸੁਲਤਾਨਪੁਰ ਦੀ ਪਾਵਨ ਪਵਿੱਤਰ ਧਰਤੀ ਤੇ ਇਸ ਵਕਤ ਸਿੱਖ ਸੰਗਤਾਂ ਦਾ ਭਾਰ ਉਤਾਰਾ ਕਰ ਰਹੇ ਹਨ। ਜਦੋਂ ਭਾਈ ਭਗੀਰਥ ਜੀ ਸੁਲਤਾਨਪੁਰ ਦੀ ਧਰਤੀ ਤੇ ਪਹੁੰਚਿਆ, ਬਸ ਸਤਿਗੁਰਾਂ ਦੇ ਦਰਸ਼ਨ ਦਿਦਾਰੇ ਕਰਕੇ ਹੀ ਸ਼ਾਂਤੀ ਪ੍ਰਾਪਤ ਹੋ ਗਈ। ਗੁਰੂ ਨਾਨਕ ਜਿਨ ਸੁਣਿਆ ਪੇਖਿਆ, ਸੇ ਫਿਰ ਗਰਵਾਸ ਨਾ ਪਰਿਆ ਰੇ। ਸੋ ਕਹੋ ਟਲ ਗੁਰ ਸੇਵੀਐ, ਅਹਨਸ ਸਹਿਜ ਸੁਭਾਏ। ਦਰਸ਼ਨ ਪਰਸਿਆ ਗੁਰੂ ਕੈ, ਜਨਮ ਮਰਨ ਦੁਖ ਜਾਏ। ਜਿਸ ਮਿਲਿਐ ਮਨ ਹੋਏ ਆਨੰਦ, ਮਨ ਹੋਏ ਆਨੰਦ, ਸੋ ਸਤਿਗੁਰ ਕਹੀਐ। ਉੱਥੇ ਮੰਗਣ ਦੀ ਜ਼ਰੂਰਤ ਇਹ ਨਹੀਂ ਰਹਿੰਦੀ। ਜੋ ਪੂਰਾ ਗੁਰੂ ਹੈ ਉਹ ਜੀਵ ਦੇ ਅੰਦਰ ਦੀ ਹਰ ਭਾਵਨਾ ਨੂੰ ਜਾਣਦਾ। ਜਿਸ ਦੇ ਅੰਦਰ ਜੋ ਜੋ ਭਾਵਨਾ, ਬਚਨ ਆਪਾਂ ਸਾਰੇ ਪੜ੍ਹਦੇ ਹਾਂ ਪ੍ਰੇਮੀਓ, ਕਿ ਜੋ ਮੰਗੈ ਠਾਕੁਰ ਆਪਣੇ ਤੇ, ਜੋ ਮੰਗੈ
ਠਾकुर ਆਪਣੇ ਤੇ ਸੋਈ ਸੋਈ ਦੇਵੈ। ਤੇ ਇਹ ਹੁਣ ਮੰਗਣ ਵਾਲੇ ਨੇ ਦੇਖਣਾ ਕਿ ਮੈਂ ਪਰਮਾਤਮਾ ਨੂੰ ਮੰਗਣਾ ਜਾਂ ਪਦਾਰਥਾਂ ਨੂੰ ਮੰਗਣਾ ਜਾਂ ਸੰਸਾਰ ਨੂੰ ਮੰਗਣਾ ਜਾਂ ਪਿਆਰੇ ਪ੍ਰਭੂ ਪਰਮੇਸ਼ਰ ਦੇ ਮਿਲਾਪ ਦੇ ਵਾਸਤੇ ਮੈਂ ਤੜਫ ਪੈਦਾ ਕਰਕੇ ਤੇ ਅੰਦਰੋਂ ਮੈਂ ਇਹ ਜਾਚਨਾ ਕਰਨੀ ਹੈ। ਤੇ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਦਰਸ਼ਨ ਦਿਦਾਰੇ ਕੀਤੇ ਆਈ ਤਸੱਲੀ ਹੋ ਗਈ। ਸਾਹਿਬ ਸ੍ਰੀ ਗੁਰੂ ਨਾਨਕ ਮਹਾਰਾਜ ਜੀ ਦੀ ਮੁਬਾਰਕ ਰਸਨਾ ਤੋਂ ਪਾਵਨ ਪਵਿੱਤਰ ਕਲਿਆਣਕਾਰੀ ਬਚਨ ਸੁਣ ਕੇ ਸਤਿਗੁਰਾਂ ਦੇ ਦਰਸ਼ਨ ਦਿਦਾਰੇ ਕਰਕੇ ਤੇ ਸਤਿਗੁਰਾਂ ਨੂੰ ਸਾਰੇ ਆਪਣੇ ਜੀਵਨ ਦੀ ਗਾਥਾ ਦੱਸੀ। ਗਰੀਬ ਨਵਾਜ ਧੰਨ ਸ੍ਰੀ ਗੁਰੂ ਨਾਨਕ ਮਹਾਰਾਜ ਜੀ ਕਹਿਣ ਲੱਗੇ, ਭਾਈ ਭਗੀਰਥ ਕੋਈ ਗੱਲ ਨਹੀਂ, ਜੇ ਭਟਕ ਭਟਕ ਕੇ ਵੀ ਦਰ ਮਿਲ ਜਾਵੇ। ਜਿਸ ਤਰ੍ਹਾਂ ਭਗਤ ਰਾਮਾਨੰਦ ਜੀ ਜ਼ਿੰਦਗੀ ਦਾ ਬਹੁਤ ਲੰਮਾ ਸਮਾਂ ਭਟਕਦੇ ਰਹੇ, ਜਦੋਂ ਮਾਰਗ ਦੱਸਣ ਵਾਲਾ ਗੁਰੂ ਮਿਲ ਗਿਆ, ਪੂਰਾ ਗੁਰੂ ਜਦੋਂ ਪ੍ਰਾਪਤੀ ਹੋਈ, ਫਿਰ ਕਾਤੇ ਜਾਈਐ ਰੇ ਘਰ ਲਾਗੋ ਰੰਗ, ਮੇਰਾ ਚਿੱਤ ਨਾ ਚਲੇ ਮਨ ਭਇਓ ਪੰਗ। ਕਹਿੰਦੇ ਹੁਣ ਤਾਂ ਮੈਂ ਅੰਦਰੋਂ ਪਿੰਗਲਾ ਹੋ ਗਿਆ, ਭਟਕਣਾ ਖਤਮ ਹੋ ਗਈ, ਤਣਾਓ ਖਤਮ ਹੋ ਗਿਆ, ਚੰਚਲ ਬਿਰਤੀ ਦੀ ਲੈਤਾ ਹੋ ਗਈ। ਤੇ ਐਨੀ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਜੀ ਨੇ ਬਖਸ਼ਿਸ਼ ਕਰ ਦਿੱਤੀ। ਜੋ ਪਾਵਨ ਪਵਿੱਤਰ ਹੁਕਮਨਾਮਾ ਰਾਗ ਬਲਾਵਲ ਦੇ ਅੰਦਰ ਗੁਰੂ ਨਾਨਕ ਮਹਾਰਾਜ ਜੀ ਦੀ ਮੁਬਾਰਕ ਰਸਨਾ ਬਲਾਵਲ ਮਹੱਲਾ ਪਹਿਲਾ। ਮੈਂ ਮਨ ਚਾਉ ਕਣਾ ਸਾਚ ਵਿਗਾਸੀ ਰਾਮ। ਚਾਉ ਦਾ ਅਰਥ ਹੁੰਦਾ ਖੁਸ਼ੀ, ਚਾਉ ਦਾ ਅਰਥ ਹੁੰਦਾ ਆਨੰਦ, ਚਾਉ ਦਾ ਅਰਥ ਹੁੰਦਾ ਵੀ ਖੁਸ਼ੀ ਨੂੰ ਵਰਣਨ ਨਾ ਕਰ ਸਕਣਾ ਕਿ ਜਿੰਨੀ ਕੁ ਖੁਸ਼ੀ ਮਿਲ ਗਈ ਇਸ ਜੀਵ ਨੂੰ, ਘਣਾ ਅਣਗਿਣਤ, ਜਿਹਦੀ ਗਿਣਤੀ ਮਿਣਤੀ ਕੋਈ ਨਹੀਂ। ਪਰ ਕਿਸ ਨੂੰ ਇਹ ਆਨੰਦ ਪ੍ਰਾਪਤ ਹੋਇਆ, ਕਿਸ ਨੂੰ ਇਹ ਖੁਸ਼ੀ ਪ੍ਰਾਪਤ ਹੋਈ, ਜਿਹਦੇ ਮਨ ਦੇ ਵਿੱਚ ਅਕਾਲ ਪੁਰਖ ਪਰਮਾਤਮਾ ਪਰਮੇਸ਼ਰ ਦੇ ਸ਼ਬਦ ਦਾ, ਨਾਮ ਦਾ ਵਾਸਾ ਹੋ ਗਿਆ। ਮਨ ਚਾਉ ਭਿਆ ਪ੍ਰਭ ਆਗਮ ਸੁਣਿਆ। ਮੈਂ ਮਨ ਚਾਉ ਕਣਾ, ਕਹਿੰਦੇ ਮੇਰੇ ਮਨ 'ਚ ਇੰਨਾ ਕੁ ਚਾਉ, ਇੰਨਾ ਕੁ ਆਨੰਦ, ਇੰਨੀ ਕੁ ਖੁਸ਼ੀ ਪ੍ਰਾਪਤ ਹੋ ਗਈ। ਤੇ ਕੀ ਮਿਲਣ ਕਰਕੇ? ਧਨ ਦੌਲਤ, ਮਾਨ ਸਨਮਾਨ ਜਾਂ ਸੰਸਾਰ ਦਾ ਕੁਝ ਮਿਲ ਗਿਆ। ਗੁਰੂ ਨਾਨਕ ਮਹਾਰਾਜ ਜੀ ਬਖਸ਼ਿਸ਼ ਕਰਦੇ ਕਿ ਜਗਿਆਸੂ ਜੀਵ ਕਹਿੰਦਾ ਨਹੀਂ, ਸਾਚ ਵਿਗਾਸੀ ਰਾਮ, ਨਾਨਕ ਭਗਤਾਂ ਸਦਾ ਵਿਗਾਸ, ਸੁਣ ਐ ਦੁਖ ਪਾਪ ਕਾ ਨਾਸ। ਕਹਿੰਦੇ ਸੱਚ ਦੀ ਪ੍ਰਾਪਤੀ ਹੋ ਗਈ। ਜੋ ਕਣ ਕਣ ਦੇ ਵਿੱਚ ਰਮਿਆ ਹੋਇਆ ਅਕਾਲ ਪੁਰਖ ਪਰਮਾਤਮਾ ਪਰਮੇਸ਼ਰ ਹੈ, ਉਸ ਦੇ ਦਰਸ਼ਨ ਦਿਦਾਰੇ ਹੋ ਗਏ। ਸ਼ਬਦ ਦਾ ਜੋ ਵਾਸਾ ਹੈ ਉਹ ਹਿਰਦੇ ਦੇ ਵਿੱਚ ਹੋ ਗਿਆ। ਸੋ ਅੰਤਰ ਸੋ ਬਾਹਰ ਅਨੰਤ, ਘਟ ਘਟ ਵਿਆਪ ਰਿਹਾ ਭਗਵੰਤ। ਜਿਸ ਦੀ ਜੋਤ ਹਰ ਸਰੀਰ ਦੇ ਅੰਦਰ, ਜਿਸ ਦੀ ਸ਼ਕਤੀ ਹਰ ਕਣ ਕਣ ਬਨਾਸਪਤੀ ਜ਼ਮੀਨ ਅਸਮਾਨ ਤਿੰਨਾਂ ਲੋਕਾਂ ਤੇ ਜਰਰੇ ਜਰਰੇ 'ਚ ਕੰਮ ਕਰ ਰਹੀ ਹੈ, ਉਸ ਦਾ ਅਨੁਭਵ ਹੋ ਗਿਆ, ਉਹ ਪਕੜ ਦੇ ਵਿੱਚ ਆ ਗਿਆ। ਪ੍ਰਭੂ ਪਰਮਾਤਮਾ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਦੀ ਪ੍ਰਾਪਤੀ ਹੋ ਗਈ। ਮੈਂ ਮਨ ਚਾਉ ਕਣਾ ਸਾਚ ਵਿਗਾਸੀ ਰਾਮ, ਮੋਹੀ ਪ੍ਰੇਮ ਪਿਰੇ ਪ੍ਰਭ ਅਬਨਾਸੀ ਰਾਮ। ਮੇਰੇ ਤੇ ਅਕਾਲ ਪੁਰਖ ਪਤੀ ਪਰਮਾਤਮਾ ਪਿਰ ਪਤੀ ਨੇ ਐਨੀ ਬਖਸ਼ਿਸ਼ ਕਰਤੀ ਕਿ ਮੇਰੇ ਰੋਮ ਰੋਮ ਦੇ ਵਿੱਚ ਬਸ ਇੱਕੋ ਹੀ ਪਿਆਰੇ ਦਾ ਪ੍ਰੇਮ ਹੈ।
ਜਦੋਂ ਕਲਗੀਧਰ ਮਹਾਰਾਜ ਜੀ ਦੇ ਚਰਨਾਂ 'ਚ ਕੀਤੀ ਬਿਨੇ, ਸਤਿਗੁਰੂ ਜੀ ਕੋਈ ਐਸਾ ਵਚਨ, ਐਸੀ ਕਿਰਪਾ ਕਰੋ, ਸਹਿਜੇ ਹੀ ਇਹ ਜੀਵ ਪਰਮਾਤਮਾ ਤੱਕ ਪਹੁੰਚ ਸਕੇ, ਪਰਮਾਤਮਾ ਦੀ ਪ੍ਰਾਪਤੀ ਕਰ ਸਕੇ। ਸਾਚ ਕਹੋ ਸੁਣ ਲਿਓ ਸਭੈ, ਜਿਨ ਪ੍ਰੇਮ ਕੀਓ। ਬੜੀ ਵੱਡੀ ਸ਼ਰਤ ਰੱਖੀ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਪਰ ਬਿਨ ਸਤਿਗੁਰ ਕਿਨੇ ਨਾ ਪਾਇਓ, ਬਿਨ ਸਤਿਗੁਰ ਕਿਨੇ ਨਾ ਪਾਇਆ। ਅੱਜ ਤੱਕ ਜਿਹੜਾ ਜੀਵ ਪਰਮਾਤਮਾ ਤੱਕ ਪਹੁੰਚਿਆ, ਪਰਮਾਤਮਾ ਦੇ ਦਰਸ਼ਨ ਦਿਦਾਰੇ ਹੋਏ, ਉਹ ਪੂਰੇ ਗੁਰੂ ਦੇ ਉਪਦੇਸ਼ ਨੂੰ ਕਮਾ ਕਰਕੇ ਇਸ ਅਵਸਥਾ ਨੂੰ ਪਹੁੰਚਿਆ। ਪਿਛਲੇ ਸਮੇਂ 'ਚ ਵੀ, ਹੁਣ ਦੇ ਸਮੇਂ 'ਚ ਵੀ, ਆਉਣ ਵਾਲੇ ਸਮੇਂ ਦੇ ਵਿੱਚ ਵੀ, ਕਿਉਂਕਿ ਕੁੰਭੇ ਬੱਧਾ ਜਲ ਰਹੇ, ਜਲ ਬਿਨ ਕੁੰਭ ਨਾ ਹੋਏ। ਗਿਆਨ ਕਾ ਬੱਧਾ ਮਨ ਰਹੇ, ਗੁਰ ਬਿਨ ਗਿਆਨ ਨਾ ਹੋਏ। ਪੂਰੇ ਗੁਰ ਕਾ ਸੁਣ ਉਪਦੇਸ਼, ਅਧੂਰੇ ਦਾ ਨਹੀਂ। ਨਾਲ ਸ਼ਰਤ ਰੱਖੀ ਹੈ ਕਿ ਪੂਰੇ ਗੁਰ ਕਾ ਸੁਣ ਉਪਦੇਸ਼। ਜਦੋਂ ਉਪਦੇਸ਼ ਨੂੰ ਕਮਾਵੇਂਗਾ ਤੇ ਫਿਰ ਕੀ ਫਲ ਪ੍ਰਾਪਤ ਹੋਵੇਗਾ ਕਿ ਪਾਰ ਬ੍ਰਹਮ ਨਿਕਟ ਕਰ ਪੇਖ। ਕਹਿੰਦੇ ਜੋ ਅਕਾਲ ਪੁਰਖ ਪਰਮਾਤਮਾ ਜੀ ਨੂੰ ਜੀਵ ਨੇ ਬਹੁਤ ਦੂਰ ਸਮਝ ਲਿਆ, ਹਿਮਾਲਿਆਂ 'ਚ ਸਮਝ ਲਿਆ, ਬੀਆਬਾਨ ਜੰਗਲ ਪਹਾੜਾਂ ਦੇ ਵਿੱਚ ਸਮਝ ਲਿਆ, ਉਹ ਜਰਰੇ ਜਰਰੇ 'ਚ ਇਹਨੂੰ ਪ੍ਰਤੀਤ ਹੋਵੇਗਾ। ਅਕਾਲ ਪੁਰਖ ਪਰਮਾਤਮਾ ਪਰਮੇਸ਼ਰ ਮੋਹੀ ਪ੍ਰੇਮ ਪਿਰੇ, ਪ੍ਰਭ ਅਵਨਾਸੀ ਰਾਮ। ਅਵਨਾਸੀ ਜੀਵਨ ਕੋ ਦਾਤਾ, ਸਿਮਰਤ ਸਭ ਮਲ ਕੋਈ। ਜੋ ਨਾਸ ਤੋਂ ਰਹਿਤ ਅਕਾਲ ਮੂਰਤ ਹੈ, ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਜੀ ਦੇ ਪ੍ਰੇਮ ਦੇ ਵਿੱਚ ਮੇਰਾ ਰੋਮ ਰੋਮ ਭਿੱਜ ਗਿਆ। ਐਨੀ ਕਿਰਪਾ ਹੋਈ ਅਕਾਲ ਪੁਰਖ ਪਰਮਾਤਮਾ ਪਰਮੇਸ਼ਰ ਦੀ। ਅਵਗਤੋ ਹਰਨਾਥ ਨੱਥ ਹੈ। ਅਵਗਤੋ ਦਾ ਅਰਥ ਹੁੰਦਾ ਵੀ ਜਿੱਥੇ ਤੱਕ ਜੀਵ ਦੀ ਪਹੁੰਚ ਨਾ ਹੋਵੇ। ਜੋ ਬੇਅੰਤ ਹੈ, ਅਗਮ ਹੈ, ਅਗੋਚਰ ਹੈ, ਗੰਭੀਰ ਹੈ, ਇਹਦੀ ਪਹੁੰਚ ਤੋਂ ਜੋ ਪਰੇ ਹੈ, ਉਹ ਕੌਣ ਹੈ? ਨਿਆਸਰਿਆਂ ਦਾ ਆਸਰਾ, ਵੱਡਾ ਨਾਥ, ਵੱਡਾ ਠਾਕਰ, ਉੱਚੇ ਉੱਪਰ ਉੱਚਾ ਨਾਉ, ਅਕਾਲ ਪੁਰਖ ਪਰਮਾਤਮਾ ਪਰਮੇਸ਼ਰ। ਅਵਗਤੋ ਹਰ ਨਾਥ ਨੱਥ ਹੈ। ਨਾਥਾਂ ਦਾ ਜੋ ਨਾਥ ਹੈ ਅਕਾਲ ਪੁਰਖ ਪਰਮਾਤਮਾ ਪਰਮੇਸ਼ਰ, ਨਿਆਸਰਿਆਂ ਦਾ ਆਸਰਾ, ਨਧਰਿਆਂ ਦੀ ਧਰ, ਨਘਰਿਆਂ ਦਾ ਘਰ, ਨਿਮਾਣਿਆਂ ਦਾ ਮਾਨ, ਨਿਤਾਣਿਆਂ ਦਾ ਤਾਣ ਜੋ ਹੈ। ਤੋ ਸੋ ਨਾ ਨਾਥ ਅਨਾਥ ਨਾ ਮੋਸਰ, ਤੋ ਸੋ ਨਾ ਦਾਨੀ ਨਾ ਮੋਸੋ ਭਿਖਾਰੀ। ਭਾਈ ਗੁਰਦਾਸ ਜੀ। ਅਵਗਤੋ ਹਰ ਨਾਥ ਨੱਥ ਹੈ, ਤਿਸੈ ਭਾਵੈ ਸੋ ਥੀਐ। ਹੁਣ ਜਿਸ ਨੂੰ ਪਰਮਾਤਮਾ ਦੀ ਪ੍ਰਾਪਤੀ ਹੋਈ, ਉਸ ਨੂੰ ਪਤਾ ਲੱਗਾ ਵੀ ਸਭ ਕੁਝ ਪਰਮਾਤਮਾ ਦੇ ਹੁਕਮ 'ਚ ਹੋ ਰਿਹਾ। ਜੋ ਤੁਧ ਭਾਵੈ ਸਾਈ ਭਲੀ ਕਾਰ। ਜਿਸ ਨੂੰ ਪਰਮਾਤਮਾ ਦਾ ਕੋਈ ਗਿਆਨ ਨਹੀਂ, ਪਰਮਾਤਮਾ ਦੀ ਪ੍ਰਾਪਤੀ ਨਹੀਂ, ਉਹ ਜੋ ਕੁਝ ਵੀ ਕਰਦਾ ਉਹ ਕਹਿ ਰਿਹਾ ਵੀ ਮੈਂ ਕਰ ਰਿਹਾ, ਇਹ ਫਲਾਣੇ ਨੇ ਕੀਤਾ, ਉਸਨੇ ਇਸ ਤਰ੍ਹਾਂ ਆਪਣੀ ਮਰਜ਼ੀ ਦੇ ਨਾਲ ਕੀਤਾ ਤੇ ਤਾਂ ਕੁਝ ਇਹ ਹੋਇਆ। ਹੁਣ ਜਿਹੜੇ ਭਗਤ ਪ੍ਰੇਮੀ ਅਕਾਲ ਪੁਰਖ ਪਰਮਾਤਮਾ ਪਰਮੇਸ਼ਰ ਤੱਕ ਪਹੁੰਚ ਗਏ, ਉਹਨਾਂ ਨੂੰ ਸਭ ਤੋਂ ਪਹਿਲਾ ਗਿਆਨ ਹੀ ਇਹ ਹੁੰਦਾ ਵੀ ਜੋ ਹੋਆ ਹੋਵਤ ਸੋ ਜਾਣੈ, ਪ੍ਰਭ ਆਪਣੇ ਕਾ ਹੁਕਮ ਪਛਾਨੈ। ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਸਭ ਤੋਂ ਪਹਿਲਾਂ ਕਿਸ ਚੀਜ਼ ਦਾ ਗਿਆਨ ਹੁੰਦਾ ਕਿ ਆਪੇ ਹਰ ਇੱਕ ਰੰਗ ਹੈ, ਆਪੇ ਬਹੁਰੰਗੀ। ਜੋ ਤਿਸ ਭਾਵੈ ਨਾਨਕਾ, ਸਾਈ ਗੱਲ ਚੰਗੀ। ਮੈਨੂੰ ਨਹੀਂ, ਜੋ ਪਰਮਾਤਮਾ ਨੂੰ ਭਾਰਿਆ। ਜੋ ਹੋਆ ਹੋਵਤ ਸੋ ਜਾਣੈ।
ਜਿਵ ਜਿਵ ਹੁਕਮ ਤਿਵੈ ਤਿਵਕਾਰ, ਉਦਮ ਮਤ ਪ੍ਰਭ ਅੰਤਰ ਜਾਮੀ। ਜਿਉ ਪ੍ਰੇਰੇ ਤਿਉ ਕਰਨਾ, ਜਿਉ ਨਟੂਆ ਤੰਤ ਬਜਾਵੈ ਤੰਤੀ, ਤਿਉ ਬੱਜ ਹੈ ਜੰਤ ਜਨਾ। ਜਿਸ ਤਰ੍ਹਾਂ ਮਾਲਾ ਵਾਲੇ ਧਾਗੇ 'ਚ ਮਣਕੇ ਪਰੋਏ ਹੋਏ ਹੁੰਦੇ ਹੈ, ਤੇ ਉਹ ਜੋ ਮਣਕੇ ਹੈ ਉਹ ਧਾਗੇ ਦੇ ਆਸਰੇ ਪਰੋਏ ਹੋਏ ਆ। ਜੇ ਧਾਗਾ ਵਿੱਚ ਨਹੀਂ ਤੇ ਉਹ ਖਿੱਲਰ ਜਾਂਦੇ, ਸਾਨੂੰ ਸਾਰਿਆਂ ਨੂੰ ਪਤਾ। ਇਸੇ ਤਰ੍ਹਾਂ ਜੋ ਪੂਰੀ ਸ੍ਰਿਸ਼ਟੀ, ਜੋ ਕੁਝ ਵੀ ਅਸੀਂ ਦੇਖ ਰਹੇ ਹਾਂ, ਇਹ ਉਹਨਾਂ ਮਣਕਿਆਂ ਦੀ ਤਰ੍ਹਾਂ ਹੈ। ਵਿੱਚ ਜੋ ਧਾਗੇ ਦਾ ਕੰਮ ਹੈ, ਉਹ ਧਾਗੇ ਦੀ ਨਿਆਈ ਜੋ ਹੈ, ਜੋ ਸਾਰੇ ਮਣਕਿਆਂ ਦਾ ਆਸਰਾ ਹੈ, ਉਹ ਅਕਾਲ ਪੁਰਖ ਪਰਮਾਤਮਾ ਪਰਮੇਸ਼ਰ ਦਾ ਹੁਕਮ ਹੈ। ਤਾਂ ਹੀ ਹਰ ਇੱਕ ਜੀਵ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਜੀ ਦੇ ਹੁਕਮ ਤੇ ਆਗਿਆ ਦੇ ਵਿੱਚ ਹੈ। ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਬਖਸ਼ਿਸ਼ ਕਰ ਦੇਵੇ। ਅਵਗਤੋ ਹਰਨਾਥ ਨਾਥ, ਤਿਸੈ ਭਾਵੈ ਸੋ ਥੀਐ। ਹੁਣ ਜਿਸ ਨੂੰ ਇਹ ਗਿਆਨ ਹੋ ਗਿਆ ਕਿ ਸਭ ਕੁਝ ਪਰਮਾਤਮਾ ਦਾ ਕੀਤਾ ਹੋ ਰਿਹਾ, ਪਰਮਾਤਮਾ ਦਾ ਹੁਕਮ ਵਰਤ ਰਿਹਾ, ਤੇ ਉਹ ਫਿਰ ਗਿਲਾ ਕਰਦਾ ਹੀ ਨਹੀਂ। ਉਹ ਤਾਂ ਸਿਰਫ ਇੱਕੋ ਹੀ ਕੰਮ ਕਰਦਾ ਕਿ ਜਿਸ ਠਾਕਰ ਸਿਉ ਨਾਹੀ ਚਾਰਾ, ਤਾਕੋ ਕੀਜੈ ਸਦ ਨਮਸਕਾਰਾ। ਉਹ ਤਾਂ ਨਮਸਕਾਰ ਹੀ ਕਰਦਾ ਕਿ ਅਕਾਲ ਪੁਰਖ ਪਰਮਾਤਮਾ ਆਪ ਸਤ, ਕੀਆ ਸਭ ਸਤ। ਤੁਸੀਂ ਆਪ ਸਤ ਹੋ, ਜੋ ਕੁਝ ਵੀ ਤੁਸੀਂ ਕਰ ਰਹੇ ਹੋ ਉਹ ਸਤ ਹੈ। ਜਿਹੜਾ ਅਕਾਲ ਪੁਰਖ ਪਰਮਾਤਮਾ ਪਰਮੇਸ਼ਰ ਦੇ ਹੁਕਮ ਦੀ ਕਰਕੇ ਪਹਿਚਾਨ ਤੇ ਬਸ ਹੱਥ ਜੋੜੀ ਰੱਖਦਾ ਵੇ ਸਿਰ ਸਿਰ ਰਿਜਕ ਸੰਬਾਹੇ ਠਾਕਰ, ਕਾਹੇ ਮਨ ਭਉ ਕਰਿਆ। ਜਦੋਂ ਪਹਿਲੋਂ ਦੇਤੈ ਰਿਜਕ ਸੰਬਾਹਾ, ਪਿੱਛੋਂ ਦੇਤੈ ਜੰਤ ਉਪਾਹਾ। ਉਹ ਕਿਸੇ ਵੀ ਪ੍ਰਕਾਰ ਦੀ ਸਿਰਦਰਦੀ ਲੈਂਦਾ ਹੀ ਨਹੀਂ। ਨਫਾ ਹੋਵੇ, ਨੁਕਸਾਨ ਹੋਵੇ, ਹਾਨ ਹੋਵੇ, ਲਾਭ ਹੋਵੇ, ਬੁਰਾ ਹੋਵੇ, ਭਲਾ ਹੋਵੇ, ਸੰਸਾਰ 'ਚ ਜੋ ਕੁਝ ਵੀ ਪੂਰੇ ਬ੍ਰਹਿਮੰਡ ਦੇ ਵਿੱਚ ਹੋ ਰਿਹਾ, ਅਕਾਲ ਪੁਰਖ ਪਰਮਾਤਮਾ ਪਰਮੇਸ਼ਰ ਦੇ ਹੁਕਮ 'ਚ ਹੁਕਮ ਹੈ ਅੰਦਰ ਸਭ ਕੋ। ਇੱਕ ਅੱਧੀ ਸ੍ਰਿਸ਼ਟੀ, ਇੱਕ ਅੱਧੀ ਧਰਤੀ, ਇੱਕ ਅੱਧਾ ਅਸਮਾਨ ਨਹੀਂ, ਜੋ ਕੁਝ ਵੀ ਹੈ ਸਭ ਕੁਝ ਹੁਕਮ ਦੇ ਵਿੱਚ। ਫਿਰ ਉਸ ਦਾ ਸੁਭਾਅ ਕਿਰਪਾਲ ਸਦਾ ਦਇਆਲ ਦਾਤਾ, ਜੀਆ ਅੰਦਰ ਤੂੰ ਜੀ ਹੈ। ਜਿਸ ਤਰ੍ਹਾਂ ਅਸੀਂ ਮੰਨੀਏ ਨਾ ਵੀ ਕਿਸੇ ਮਨੁੱਖ ਨੂੰ ਮਿਲੇ, ਕਿਸੇ ਵਿਦਵਾਨ ਨੂੰ ਮਿਲੇ, ਕਿਸੇ ਡਾਕਟਰ ਨੂੰ ਮਿਲੇ, ਕਿਸੇ ਵਕੀਲ ਨੂੰ ਮਿਲੇ, ਕਿਸੇ ਗੁਰਮੁਖ ਨੂੰ ਮਿਲੇ, ਕਿਸੇ ਅਮੀਰ ਨੂੰ ਮਿਲੇ, ਕਿਸੇ ਗਰੀਬ ਨੂੰ ਮਿਲੇ, ਕਿਸੇ ਰਾਜੇ ਨੂੰ ਮਿਲੇ, ਕਿਸੇ ਭਿਖਾਰੀ ਨੂੰ ਮਿਲੇ। ਮਿਲਣ ਤੋਂ ਬਾਅਦ ਉਹਦੇ ਸੁਭਾਅ ਦਾ ਪਤਾ ਲੱਗਦਾ ਕਿ ਉਹਦਾ ਚਿਹਨ ਚੱਕਰ ਕੈਸਾ ਤੇ ਉਹਦਾ ਸੁਭਾਅ ਕੈਸਾ। ਇਸੇ ਤਰ੍ਹਾਂ ਜਿਹੜੇ ਜਿਹੜੇ ਪਰਮਾਤਮਾ ਤੱਕ ਪਹੁੰਚੇ, ਭਾਵੇਂ ਭਗਤ ਰਵਿਦਾਸ ਜੀ, ਭਾਵੇਂ ਭਗਤ ਫਰੀਦ ਜੀ, ਭਾਵੇਂ ਕਬੀਰ ਜੀ, ਭਾਵੇਂ ਰਾਮਾਨੰਦ, ਪਰਮਾਨੰਦ, ਪੀਪਾ ਜੀ, ਧੰਨਾ ਜੀ ਤੇ ਤਰਲੋਚਨ ਜੀ, ਤੇ ਉਹਨਾਂ ਨੇ ਦੱਸਿਆ। ਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਰੱਬੀ ਬਾਣੀ ਅਕਾਲ ਪੁਰਖ ਪਰਮਾਤਮਾ ਪਰਮੇਸ਼ਰ ਵਾਹਿਗੁਰੂ ਜੀ ਦਾ ਗਿਆਨ ਦੱਸਦੀ ਕਿ ਪਰਮਾਤਮਾ ਕੈਸਾ ਹੈ। ਕਿਉਂਕਿ ਸੁਭਾਅ ਦੇ ਮੁਤਾਬਕ ਹੀ ਕਿ ਜੋ ਸਰਨ ਆਵੈ ਤਿਸ ਕੰਠ ਲਾਵੈ। ਇੱਥੇ ਕੋਈ ਸ਼ਰਤ ਨਹੀਂ ਵੀ ਛੋਟਾ ਵੱਡਾ, ਅਮੀਰ ਗਰੀਬ, ਗਿਆਨੀ ਧਿਆਨੀ, ਮਨਮੁਖ ਗੁਰਮੁਖ, ਚੰਗਾ ਮਾੜਾ। ਇੱਥੇ ਤਾਂ ਬਿਲਕੁਲ ਸਪਸ਼ਟ ਵੀ ਜੋ ਸਰਨ ਆਵੈ, ਜਿਹੜਾ ਵੀ ਸਤਿਗੁਰਾਂ ਦੇ ਚਰਨਾਂ 'ਚ ਆ ਗਿਆ, ਤਿਸ ਕੰਠ ਲਾਵੈ। ਕੀ ਹੈ ਇਹ? ਬਿਰਧ ਸੁਆਮੀ ਸੰਦਾ। ਇਹ ਪਰਮਾਤਮਾ ਦਾ ਸੁਭਾਅ ਹੈ। ਔਗਣ ਕੋ ਨਾ ਚਤਾਰਦਾ, ਗਲ ਛੇਤੀ ਲਾਇਕ। ਗਰੀਬ ਨਵਾਜ਼ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਤਾਂ ਬਸ ਚਰਨਾਂ 'ਚ ਆਉਣ ਦੀ ਜ਼ਰੂਰਤ ਹੈ। ਮਨ ਕਰਕੇ ਅਕਾਲ ਪੁਰਖ ਪਰਮਾਤਮਾ ਪਰਮੇਸ਼ਰ ਜਿਹੜੇ ਔਗਣ ਹੈ ਜਨਮਾਂ ਜਨਮਾਂਤਰਾਂ ਦੇ, ਉਹ ਯਾਦ ਵੀ ਨਹੀਂ ਕਰਾਉਂਦਾ।
उत्थे तो सिर्फ एको ही वे घोर दुखं अनक हत्तं जन्म दारिद्रं महाविख्यातं मिटंत सगल सिमरंत हर नाम नानक जैसे पावक काष्ठ भस्मं करोत अजामल पापी जग जानै निमक माहे निस्तारा। गुरु अर्जन देव महाराज जी बख्शिश करदे प्रेमियों बई तेरे करोड़ां जन्मां दे पापां दा अंबार क्यों ना लगा होया होवे, तेरे पापां दे ढेर असमान तक क्यों ना सूंदे होण, पर जदों किणका एक जिस जीव वसावै। ये अकाल पुरख परमात्मा परमेश्वर दे नाम की शक्ति देखो। गुरु अर्जन देव महाराज जी बख्शिश करदे वे ढेर मना मूही लकड़ां नूं एक माचिस की तिल्ली दे नाल देखदियां देखदियां स्वाद की मुट्ठी बन जाती, वो भी हवा अड़ा के लै जाती। प्रेमिया तू सतगुरां दे चरनां ते आ तां सही, तू सतगुरां दे गुण रसना तो ते कन्नां दे राहीं सुण तां सही। तू ऐसी भावना ते बना तैनूं पता तो लगे कि परमात्मा का सुभाव की है। परमेश्वर अकाल पुरख वाहेगुरु जी अति कृपालू, कृपालता का समुंदर, दयालता का सागर, दाता कहंदे भी ਜਿਹੜਾ बगैर भेद भाव तो हर एक नूं हर वक्त दातां दिंदा ही रहे। तू दाता दातार तेरा दिता खावना, तुम दाते ठाकुर प्रतिपालक नायक खसम हमारे निमक निमक तुम ही प्रतिपालो। साडी माता भी बच्चे दा निमक मात्र हर वक्त ख्याल नहीं रख सकती। साडे जो माता पिता वो बच्चा बच्ची दे हर पल हर निमक मात्र ध्यान नहीं रख सकती, पर परमात्मा ऐसा पिता, वो ऐसा माता जिहड़ा निमक मात्र एक दा नहीं हर एक दा चिट्टी ते कूंचर अस्थूला सब पर कृपा दृष्ट कर फूला। ऐसे गरीब नवाज जिया अंदर तू जीए। गुरु नानक महाराज जी बख्शिश करते है अकाल पुरख हर एक दे शरीर दे विच तू जी रहा, हर एक शरीर दे विच तू जिंद रखी है। जी नूं ये शरीर बना के गंढेंदियां 6 माह तड़ंदियां एक खिनों, तू दाता सबना जियां का। जिया अंदर तू जिया, जो जीवन है हर एक जीव जंतु नूं बनास्पति नूं हे अकाल पुरख परमात्मा तू दे रहा, तेरा वासा है। मैं अवर ज्ञान ना ध्यान पूजा, हर नाम अंतर वस रहे। ज्ञान ध्यान किश कर्म ना जाना, सार ना जाना तेरी। गुरु नानक महाराज जी बख्शिश करदे जग्यासू सिख दी रसना द्वारा हे अकाल पुरख परमात्मा आप जी दे नाम तो बगैर मैनू होर कोई भी ज्ञान चंगा नहीं लगता। आप जी दे चरनां दे ध्यान तो बगैर होर कोई ध्यान भी चंगा नहीं लगता। आप जी दे चरनां दी पूजा तो बगैर मैनू कोई भी पूजा चंगी नहीं लगती, क्योंकि मेरे अंदर अकाल पुरख परमात्मा परमेश्वर का जो वासा है वो मैनू प्रतीत हो गया, मैनू अनुभव हो गया। अगे तो पढ़दा सी ना भी सब मैं जोत जोत है सोए, हुण वो जोत पकड़ दे विच आ गई। मैनू पता लग गया कि सुन समाद अनहत तहनाद, कहन न जाई अचरज विस्माद। भेख भवनी हठ ना जाना, नानका सच गह रहे। कहते मैनू कोई खास भेख ते नाल लगाओ ने भी आही वर्दी पहनी जावे, आ भेख पाया जावे तां परमात्मा ने रिझना, जां तीर्थां ते रटन करके जगह जगह ते जाके, जां कोई हठ करके पुट्ठा लटक के धूणियां तपा के घर बार छड्ड के जंगलां हिमालयां च जाके, जां कोई
ਜੋਗ ਹੱਠ ਦੁਆਰਾ ਇੱਕ ਆਸਣ ਤੇ ਬਹਿ ਕੇ ਗੁਰੂ ਨਾਨਕ ਮਹਾਰਾਜ ਜੀ ਕਿਰਪਾ ਕਰਦੇ ਜਗਿਆਸੂ ਮੁਖ ਦੁਆਰਾ ਕਿ ਮੈਂ ਇਹ ਕੁਝ ਨਹੀਂ ਕਰਦਾ, ਮੈਨੂੰ ਤਾਂ ਇੱਕੋ ਹੀ ਤੇਰੇ ਚਰਨਾਂ ਦਾ ਪਿਆਰ ਤੇ ਪ੍ਰੇਮ ਤੇ ਭਾਵਨਾ ਬਣ ਗਈ। ਇਸ ਕਰਕੇ ਕਹਿ ਰਵਿਦਾਸ ਹਾਥ ਪੈ ਨੇਰੇ ਸਹਜੇ ਹੋਏ ਸੋ ਹੋਈ, ਨਾਨਕਾ ਸੱਚ ਗਹਿ ਰਹੇ। ਗਹਿ ਦਾ ਮਤਲਬ ਪਕੜ ਦੇ ਵਿੱਚ ਆ ਗਿਆ। ਬੁੱਧੀ ਨੇ ਉਸ ਚੀਜ਼ ਨੂੰ ਅਪਣਾ ਲਿਆ। ਫਿਰ ਕਿਰਪਾ ਕਰਦੇ ਭਿੰਨੜੀ ਰੈਣ ਭਲੀ ਦਿਨਸ ਸੁਹਾਏ ਰਾਮ। ਕਹਿੰਦੇ ਉਹ ਦਿਨ, ਉਹ ਘੜੀ, ਉਹ ਪਲ ਸਫਲ ਮੂਰਤ ਸਫਲਾ ਘੜੀ ਜਿਤ ਸੱਚੇ ਨਾਲ ਪਿਆਰ। ਕਿਉਂਕਿ ਮਨੁੱਖ ਦੇ ਜੀਵਨ 'ਚ ਕੇਵਲ ਉਹ ਸਵਾਸ, ਉਹੀ ਪਲ ਸਫਲ ਹੈ ਜਿਸ ਸਵਾਸ ਤੇ ਜਿਸ ਪਲ ਘੜੀ ਦੇ ਵਿੱਚ ਪ੍ਰਭੂ ਦਾ ਚਿੰਤਨ ਹੁੰਦਾ, ਪਰਮੇਸ਼ਰ ਦੇ ਨਾਮ ਦਾ ਸਿਮਰਨ ਹੁੰਦਾ। ਭਿੰਨੜੀ ਰਹਿਣ ਭਲੀ ਦਿਨਸ ਸੁਹਾਏ ਰਾਮ। ਕਹਿੰਦੇ ਉਹ ਰਾਤ ਵੀ ਮੈਨੂੰ ਦਿਨ ਵਰਗੀ ਲੱਗਦੀ ਹੈ, ਜਿਸ ਰਾਤ ਦੇ ਵਿੱਚ ਮੈਂ ਪਿਆਰੇ ਦੀ ਯਾਦ ਦੇ ਵਿੱਚ ਹੀ ਸੋਵਾਂ। ਊਠਤ ਬੈਠਤ ਸੋਵਤ ਨਾਮ, ਕਹੋ ਨਾਨਕ ਜਨ ਕੈ ਸਤ ਕਾਮ। ਦਿਨ ਹੋਵੇ ਰਾਤ ਹੋਵੇ, ਮੇਰੇ ਵਾਸਤੇ ਤਾਂ ਉਹੀ ਸਮਾਂ ਭਲਾ ਹੈ, ਸਫਲ ਹੈ, ਜਦੋਂ ਤੂੰ ਚਿੱਤ ਦੇ ਵਿੱਚ ਵਸ ਜਾਵੇਂ। ਨਿਜ ਕਰ ਸੂਤੜੀਏ ਪਿਰਮ ਜਗਾਏ ਰਾਮ। ਇਸ ਸੰਸਾਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਵਾਸ਼ਨਾ ਈਰਖਾ ਨਿੰਦਾ ਚੁਗਲੀ ਦੇ ਨਸ਼ੇ 'ਚ, ਹਉਮੈ ਦੇ ਨਸ਼ੇ 'ਚ ਸੁੱਤੀ ਹੋਈਏ ਇਹ ਜਿੰਦੜੀਏ। ਪਰਮਾਤਮਾ ਦੇ ਚਰਨਾਂ 'ਚ ਅਰਦਾਸ ਬੇਨਤੀ ਕਰ ਲਾ ਤੇ ਪਰਮਾਤਮਾ ਜਗਾ ਦਿੰਦਾ। ਜਾਗ ਲਿਹੋ ਰੇ ਮਨਾ ਜਾਗ ਲਿਹੋ, ਕਹਾਂ ਗਾਫਲ ਸੋਇਆ। ਪਰਮਾਤਮਾ ਦਾ ਉਪਦੇਸ਼ ਦੱਸੇਗਾ ਵੀ ਇਹ ਜੋ ਵਿਸ਼ੇ ਵਕਾਰ ਹੈ, ਇਹਨਾਂ ਦੇ ਵਿੱਚ ਗਲਤਾਨ ਕਰਕੇ ਤੂੰ ਪਹਿਲਾਂ ਹੀ ਬੜੇ ਲੰਮੇ ਅਰਸੇ ਤੋਂ ਮੂਲ ਤੋਂ ਟੁੱਟਿਆ ਹੋਇਆ। ਇਹ ਮਨੁੱਖ ਜਾਮਾ ਤੈਨੂੰ ਕੇਵਲ ਮਿਲਿਆ ਜਾਗਣ ਵਾਸਤੇ। ਨਵ ਹਾਨ ਨਵ ਤਨ ਸ਼ਬਦ ਜਾਗੀ ਆਪਣੇ ਪਿਰ ਭਾਣੀਆਂ। ਇਹ ਨੌਜਵਾਨ ਇਸਤਰੀ ਨਵਾਂ ਜੀਵ ਸਤਿਗੁਰਾਂ ਦੇ ਚਰਨਾਂ ਜਦੋਂ ਪਹੁੰਚਿਆ, ਸ਼ਬਦ ਦੀ ਚੋਟ ਕਰਕੇ ਜਨਮਾਂ ਜਨਮਾਂਤਰਾਂ ਤੋਂ ਸੁੱਤੀ ਹੋਈ ਇਹਦੀ ਵਿਰਤੀ ਜਾਗੀ ਤੇ ਇਹਨੂੰ ਆਪਣੇ ਪਿਆਰੇ ਪ੍ਰੀਤਮ ਪਰਮੇਸ਼ਰ ਦੇ ਨਾਲ ਪਿਆਰ ਹੋ ਗਿਆ। ਪਰਮਾਤਮਾ ਦਾ ਉਪਦੇਸ਼, ਪਰਮਾਤਮਾ ਦੀ ਬਾਣੀ ਦਾ ਕੀਰਤਨ ਕਥਾ ਵਿਚਾਰ ਬੜੀ ਸ਼ਰਧਾ ਭਾਵਨਾ ਦੇ ਨਾਲ ਇਹ ਸੁਣਨ ਲੱਗ ਪਿਆ ਤੇ ਕਰਨ ਲੱਗ ਪਿਆ। ਤੇ ਉਸ ਦਾ ਰਿਜ਼ਲਟ ਤੇ ਕੀ ਕੈਸਾ ਸੁਭਾਅ ਬਣ ਗਿਆ ਇਸ ਦਾ। ਤਜ ਕੂੜ ਕਪਟ ਸੁਭਾਅ ਦੂਜਾ। ਜਿਹੜਾ ਪਹਿਲਾ ਸੁਭਾਅ ਸੀ, ਝੂਠ ਬੋਲਣਾ, ਨਿੰਦਾ ਕਰਨੀ, ਆਪਣੀ ਵਡਿਆਈ ਕਰਨ ਕਰਾਉਣ ਤੇ ਆਪਣੀ ਹੀ ਵਡਿਆਈ ਸੁਣਨ ਦੀ ਅੰਦਰ ਤੜਪ ਪੈਦਾ ਰਹਿਣੀ, ਇਹ ਸਭ ਕੁਝ ਛੱਡ ਦਿੱਤਾ। ਤਜ ਕੂੜ ਕਪਟ ਸੁਭਾਅ ਦੂਜਾ ਚਾਕਰੀ ਲੋਕਾਣੀਆਂ। ਹੁਣ ਜਿਹੜੇ ਪ੍ਰੀਤਮ ਪਿਆਰੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਸੇਵਾ ਸਿਮਰਨ ਕਰਨ ਵਾਲੇ ਪ੍ਰੇਮੀ, ਉਹਨਾਂ ਦੇ ਨਾਲ ਇਸ ਦਾ ਬੈਠਣਾ ਉੱਠਣਾ ਬਣ ਗਿਆ। ਮੈਂ ਨਾਮ ਹਰ ਕਾ ਹਾਰ ਕੰਠੇ ਸਾਚ ਸ਼ਬਦੇ ਨਿਸ਼ਾਨਿਆ। ਮੈਂ ਹੁਣ ਗਲ ਦੇ ਵਿੱਚ ਇੱਕੋ ਹੀ ਹਾਰ ਪਾ ਲਿਆ, ਸਤਿਨਾਮ ਵਾਹਿਗੁਰੂ ਦਾ। ਪਰਮੇਸ਼ਰ ਦੀ ਯਾਦ ਦਾ ਇੱਕੋ ਹੀ ਨਿਸ਼ਾਨੀ ਹੈ, ਅਕਾਲ ਪੁਰਖ ਪਰਮੇਸ਼ਰ ਦੇ ਨਾਮ ਦੀ। ਜਿਹਦੇ ਕੋਲ ਇਹ ਨਿਸ਼ਾਨੀ ਹੋਵੇਗੀ ਉਹੀ ਤੇ ਇਸ ਭਵ ਸਾਗਰ ਤੋਂ ਪਾਰ ਹੋਣਗੇ। ਉਹਨਾਂ ਦਾ ਹੀ ਲੋਕ ਪਰਲੋਕ ਸਵਾਰਿਆ ਜਾਵੇਗਾ। ਕਰ ਜੋੜ ਨਾਨਕ ਸਾਚ ਮੰਗੈ, ਨਦਰ ਕਰ ਤੁਧ ਭਾਣਿਆ। ਕਹਿੰਦੇ ਜਦੋਂ ਹੱਥ ਜੋੜ ਕੇ ਜੀਵ ਅਰਦਾਸ ਕਰਦਾ, ਮੰਗਦਾ ਹੀ ਇਹ ਕਿ ਬਿਨ ਤੁਧ ਹੋਰ ਜੇ ਮੰਗਣਾ। ਸਿਰ ਦੁੱਖਾਂ ਕੇ ਦੁੱਖ ਦੇਹ ਨਾਮ ਸੰਤੋਖੀਆ, ਉਤਰੈ ਮਨ ਕੀ ਭੁੱਖ। ਮੰਗਣਾ ਤਾਂ ਸੱਚ ਇੱਕ, ਜਿਸ ਤੁਸ ਦੇਵੈ ਆਪ। ਜਿਤ ਖਾਧੇ ਮਨ ਤ੍ਰਿਪਤੀ ਹੈ, ਨਾਨਕ ਸਾਹਿਬ ਦਾਤ। ਜਾਗ ਸਲੋਨੜੀਏ ਬੋਲੇ ਗੁਰਬਾਣੀ ਰਾਮ। ਜਦੋਂ ਵਿਸ਼ੇ ਵਕਾਰਾਂ 'ਚ ਸੁੱਤੀ ਹੋਈ ਜੀਵ, ਜਦੋਂ ਇਹ ਜਾਗਰਤ ਅਵਸਥਾ ਦੇ ਵਿੱਚ ਆਉਂਦਾ, ਫਿਰ ਰਸਨਾ ਤੋਂ ਗੁਰਬਾਣੀ ਵਾਹਿਗੁਰੂ ਦਾ ਸ਼ਬਦ ਬੋਲਦਾ। ਗੁਰਬਾਣੀ ਸ਼ਬਦ ਕੀਰਤਨ ਕਥਾ ਕੰਨਾਂ ਰਾਹੀਂ ਸੁਣਦਾ। ਫਿਰ ਜਿਨ ਸੁਨ ਮੰਨਿਆੜੀ ਅਕਤ ਕਹਾਣੀ ਰਾਮ। ਜਿਹਨੇ ਸੁਣ ਕੇ ਮੰਨ ਲਈ ਅਕਾਲ ਪੁਰਖ ਪਰਮਾਤਮਾ ਪਰਮੇਸ਼ਰ ਦੀ ਨਾ ਕਹਿਣੇ ਕਥਨ ਵਾਲੀ ਕਹਾਣੀ।
ਅਕਤ ਕਹਾਣੀ ਪਦ ਨਿਰਵਾਣੀ ਕੋ ਵਿਰਲਾ ਗੁਰਮੁਖ ਬੂਝੇ। ਇਹ ਜਿਹੜੀ ਚੌਥੇ ਪਦ ਦੀ ਪ੍ਰਾਪਤੀ ਨਿਰਵਾਣ ਵਿਰਤੀ ਨੂੰ ਅਪਣਾ ਲੈਣਾ, ਅੰਦਰੋਂ ਜੁੜੇ ਰਹਿਣਾ ਪਰਮਾਤਮਾ ਦੇ ਨਾਲ, ਹੱਥਾਂ ਪੈਰਾਂ ਦੇ ਨਾਲ ਦਸਾਂ ਨੋਹਾਂ ਦੀ ਕਿਰਤ ਕਰਨੀ। ਕਹਿੰਦੇ ਕੋਈ ਬਿਰਲੀ ਹੀ ਰੂਹ ਹੈ ਜਿਸ ਨੇ ਐਸਾ ਜੀਵਨ ਬਣਾਇਆ। ਹੈਨ ਵਿਰਲੇ ਨਾਹੀ ਘਣੇ ਫੈਲ ਫਕੜ ਸੰਸਾਰ। ਉਹ ਸ਼ਬਦ ਸਮਾਏ ਆਪ ਗਵਾਏ ਤੇਰੇ ਭਵਨ ਸੋਝੀ ਸੂਝੇ। ਕਹਿੰਦੇ ਉਹ ਸ਼ਬਦ ਦੇ ਵਿੱਚ ਇਕਮਿਕ ਹੋ ਗਏ। ਕਿਸ ਤਰ੍ਹਾਂ ਹੋਏ? ਉਹਨੇ ਆਪਣਾ ਆਪ ਗਵਾ ਲਿਆ। ਮਮਤਾ ਹੰਕਤਾ ਦਾ ਉਹਨਾਂ ਨੂੰ ਗਿਆਨ ਹੋ ਗਿਆ। ਇਹ ਮੈਂ ਤਾਂ ਹੰਕਾਰ ਦੀ ਭਾਸ਼ਾ ਹੈ, ਇਹ ਤਾਂ ਸਾਰੇ ਤੂੰ ਹੀ ਵਰਤ ਰਿਹਾ, ਤੂੰ ਦੀ ਹੀ ਵਰਕਤ ਹੈ, ਤੂੰ ਹੀ ਸਦਾ ਸਲਾਮਤ ਹੈ। ਇਹ ਸੋਝੀ ਆ ਗਈ ਉਹਨਾਂ ਨੂੰ। ਰਹਿ ਅਤੀਤ ਅਪਰੰਪਰ ਰਾਤਾ ਸਾਚ ਮਨ ਗੁਣ ਸਾਰਿਆ। ਵਿੱਚੇ ਗ੍ਰਹਿ ਸਦਾ ਰਹੇ ਉਦਾਸੀ ਜਿਉ ਕਮਲ ਰਹੇ ਵਿੱਚ ਪਾਣੀ ਹੈ। ਸਾਡਾ ਪੈਮਾਨਾ ਕੀ ਹੈ ਵੀ ਜੇ ਇਸ ਨੂੰ ਕੋਈ ਗਿਆਨ ਹੋ ਗਿਆ ਤੇ ਜਿਉਂਦਾ ਕਾਹਤੇ ਆ? ਸਾਡੇ ਵਾਂਗੂ ਖਾਂਦਾ ਪੀਂਦਾ ਕਾਹਤੇ ਆ? ਇਹ ਤੁਰਿਆ ਕਾਹਦੇ ਵਾਸਤੇ ਫਿਰਦਾ? ਤੇ ਇਹਨੂੰ ਖਾਣ ਪੀਣ ਦੀ, ਵਸਤਰਾਂ ਦੀ, ਮਾਇਆ ਦੀ ਜ਼ਰੂਰਤ ਹੀ ਨਹੀਂ। ਗਰੀਬ ਨਵਾਜ਼ ਜੀ ਬਖਸ਼ਿਸ਼ ਕਰਦੇ ਕਿ ਕਲਯੁਗੀ ਜੀਵ ਦਾ ਵਿਸ਼ੇ ਵਿਕਾਰਾਂ 'ਚ ਗਲਤਾਨ ਰੂਹ ਦਾ ਤੇ ਗਿਆਨਵਾਨ ਜੀਵ ਦਾ ਰਹਿਣ 'ਚ ਇੰਨਾ ਕੁ ਅੰਤਰ ਹੈ। ਰਹਿੰਦੇ ਉਹ ਸੰਸਾਰ 'ਚ ਹੀ ਆ ਜਿੰਨੇ ਸਵਾਸ ਹੈ, ਪਰ ਰਹਿੰਦੇ ਉਹ ਨਿਰਲੇਪ ਹੈ। ਕਿਸੇ ਚੀਜ਼ ਦੀ ਲੇਪ ਨਹੀਂ ਲੱਗਦੀ, ਉਹਨਾਂ ਦੇ ਮਨ 'ਤੇ ਅਸਰ ਨਹੀਂ ਹੁੰਦਾ। ਉਹ ਪੂਰ ਰਹਿਆ ਸਰਬ ਠਾਈ ਨਾਨਕਾ ਉਰ ਧਾਰਿਆ। ਉਹਨਾਂ ਦੇ ਹਿਰਦਿਆਂ 'ਚ ਪੱਕੀ ਇਹ ਗੱਲ ਵਾਸਾ ਕਰ ਜਾਂਦੀ ਹੈ ਕਿ ਜਰੇ ਜਰੇ 'ਚ ਪਰਿਪੂਰਨ ਅਕਾਲ ਪੁਰਖ ਪਰਮਾਤਮਾ ਵਸ ਰਿਹਾ। ਉਸ ਤੋਂ ਬਗੈਰ ਹੋਰ ਕੁਝ ਹੈ ਹੀ ਨਹੀਂ। ਤੁਧ ਬਿਨ ਦੂਜਾ ਨਾਹੀ ਕੋਏ, ਤੂੰ ਕਰਤਾਰ ਕਰਹਿ ਸੋ ਹੋਏ। ਮਹਿਲ ਬਲਾੜੀਏ ਭਗਤ ਸਨੇਹੀ ਰਾਮ। ਕਹਿੰਦੇ ਹੈ ਜੀਵ, ਅਕਾਲ ਪੁਰਖ ਪਰਮਾਤਮਾ ਤੈਨੂੰ ਆਵਾਜ਼ਾਂ ਮਾਰਦਾ। ਆਹਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ। ਅੱਗੇ ਕੀ ਹੈ? ਗਾਵੋ ਸੱਚੀ ਬਾਣੀ। ਆਵੋ ਸੰਤ ਮਿਲੋ ਮੇਰੇ ਭਾਈ, ਮਿਲ ਹਰ ਹਰ ਕਥਾ ਕਰੋ। ਸਤ ਸੰਗਤ ਦੇ ਵਿੱਚ ਬੈਠ ਕਰਕੇ ਗੁਰਮਤਿ ਮਨ ਰੈਸੀ ਸੀਜ ਸਦੇਹੀ ਰਾਮ। ਗੁਰਮੁਖਾਂ ਦਾ ਜਿਹੜਾ ਮਨ ਦਾ ਠਹਿਰਾਓ ਬਣ ਗਿਆ, ਉਸ ਅਕਾਲ ਪੁਰਖ ਪਰਮਾਤਮਾ ਦੀ ਸਿਫਤ ਸਲਾਹ ਉਹਦੀ ਯਾਦ ਦੇ ਵਿੱਚ ਦੇਹੀ ਪਵਿੱਤਰ ਹੋ ਗਈ, ਮਨ ਤੇ ਤਨ ਪਵਿੱਤਰ ਹੋ ਗਿਆ। ਮਨ ਮਾਰ ਰੀਜੈ ਸ਼ਬਦ ਸੀਜੈ ਤਰੈ ਲੋਕ ਨਾਥ ਪਛਾਨੈ। ਜਦੋਂ ਮਨ ਨੂੰ ਮਾਰਿਆ, ਸ਼ਬਦ ਦੀ ਸੋਝੀ ਹੋਈ, ਤਿੰਨਾਂ ਲੋਕਾਂ ਦਾ ਜੋ ਮਾਲਕ ਅਕਾਲ ਪੁਰਖ ਪਰਮਾਤਮਾ, ਉਸ ਦੀ ਪਹਿਚਾਨ ਹੋ ਗਈ। ਮਨ ਡੀਗ ਡੋਲ ਨਾ ਜਾਏ ਕਤ ਹੀ ਆਪਣਾ ਪਿਰ ਜਾਣੈ। ਆਪਣੇ ਪਰਮਾਤਮਾ ਦੀ ਪਹਿਚਾਨ ਹੋ ਗਈ। ਮਨ ਦੇ ਵਿੱਚ ਜੋ ਚੰਚਲਤਾ ਸੀ ਤੇ ਜੋ ਇੱਕ ਜਗ੍ਹਾ ਟਿਕਦਾ ਨਹੀਂ ਸੀ, ਇਕਾਗਰਤਾ ਨਹੀਂ ਸੀ ਬਣਦੀ, ਡਾਮਾਡੋਲ ਸੀ, ਉਹ ਅਡੋਲ ਹੋ ਗਿਆ। ਮੈਂ ਆਧਾਰ ਤੇਰਾ ਤੂੰ ਖਸਮ ਮੇਰਾ, ਮੈਂ ਤਾਣ ਤਕੀਆ ਤੇਰੋ। ਹੇ ਅਕਾਲ ਪੁਰਖ, ਜਿਤਨਾ ਸਾਰੇ ਸੰਸਾਰ ਦਾ ਤੂੰ ਆਸਰਾ ਤੇ ਮੇਰਾ ਵੀ ਤੂੰ ਹੀ ਆਸਰਾ। ਇੱਕੋ ਹੀ ਮੇਰਾ ਮਾਲਕ ਤੂੰ ਹੈ। ਮੈਨੂੰ ਕੇਵਲ ਤੇ ਕੇਵਲ ਆਪ ਜੀ ਦੇ ਨਾਮ ਦਾ ਹੀ ਆਸਰਾ। ਸਾਚ ਸੂਚਾ ਸਦਾ ਨਾਨਕ, ਗੁਰ ਸ਼ਬਦ ਝਗਰ ਨਵੇਰਿਓ। ਅਖੀਰਲੀ ਪੰਕਤੀ ਗੁਰੂ ਨਾਨਕ ਮਹਾਰਾਜ ਜੀ ਬਖਸ਼ਿਸ਼ ਕਰਦੇ। ਇੱਕੋ ਇੱਕ ਅਕਾਲ ਪੁਰਖ ਪਰਮਾਤਮਾ ਤੇ ਪਰਮਾਤਮਾ ਦਾ ਨਾਮ ਹੈ, ਜਿਸ ਦਾ ਸਿਮਰਨ ਭਗਤੀ ਬੰਦਗੀ ਸਤ ਸੰਗਤ ਕਰਕੇ ਜੀਵ ਦੇ ਸਾਰੇ ਭੁਲੇਖੇ ਖਤਮ ਹੋ ਜਾਂਦੇ ਆ, ਸਾਰੇ ਗਿਲੇ ਸ਼ਿਕਵੇ ਤੇ ਸ਼ੰਕੇ ਖਤਮ ਹੋ ਜਾਂਦੇ ਆ, ਸਾਰਾ ਝਗੜਾ ਹੀ ਖਤਮ ਹੋ ਜਾਂਦਾ। ਬਸ ਇੱਕ ਅਕਾਲ ਪੁਰਖ ਹੈ ਤੇ ਆਪਣੇ ਹੁਕਮ 'ਚ ਸਾਰੀ ਸ੍ਰਿਸ਼ਟੀ ਰਚੀ ਤੇ ਚਲਾ ਰਿਹਾ। ਜਦੋਂ ਉਸ ਨੇ ਆਪਣੀ ਮੌਜ ਦੇ ਵਿੱਚ ਆਉਣਾ ਤੇ ਸਾਰੀ ਸ੍ਰਿਸ਼ਟੀ ਨੂੰ ਤੇ ਉਸ ਨੇ ਲੈ ਕਰ ਦੇਣਾ। ਸਭ ਕੁਝ ਹੁਕਮ ਦੇ ਵਿੱਚ ਹੀ ਹੋ ਰਿਹਾ ਹੈ। ਹੋਈਆਂ ਗਲਤੀਆਂ ਦੇ ਖਿਮਾ। ਅਖੀਲੀਆਂ ਪੰਕਤੀਆਂ ਦਾ ਜਾਪ ਤੇ ਸਮਾਪਤੀ। ਮੈਂ ਆਧਾਰ ਤੇਰਾ ਤੂੰ ਖਸਮ ਮੇਰਾ, ਮੈਂ ਤਾਣ ਤਕੀਆ ਤੇਰੋ। ਸਾਚ ਸੂਚਾ ਸਦਾ ਨਾਨਕ
ਗੁਰ ਸ਼ਬਦ ਝਗਰ ਨਿਵੇਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਵਾਹਿਗੁਰੂ ਫਤਿਹ। ਜੀ ਕੀ ਫਤਿਹ।